ਬੋਲਦਾ ਪੰਜਾਬ ਲੈ ਕੇ ਤੁਹਾਡਾ ਆਪਣਾ ਹੋਸਟ ਸਰਦਾਰ ਦੀਪਕ ਸਿੰਘ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਬੋਲਦਾ ਪੰਜਾਬ ਦੇਖਦੇ ਹੋਏ तमाम ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਅਤੇ अस्सलाम वालेकुम। ਬੋਲਦਾ ਪੰਜਾਬ ਦੇ ਮੰਚ ਤੇ ਅੱਜ ਜਿਹੜੀ ਸ਼ਖਸੀਅਤ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਤਾਲੁਕ ਚੜ੍ਹਦੇ ਪੰਜਾਬ ਤੋਂ ਹੈ। ਭਾਈ ਫੌਜਾ ਸਿੰਘ ਜੀ ਜੋ ਬਹੁਤ ਸਾਰਾ ਟਾਈਮ ਉਹਨਾਂ ਨੇ ਪੰਜਾਬ ਪੁਲਿਸ ਵਿੱਚ ਵੀ ਸੇਵਾਵਾਂ ਨਿਭਾਈਆਂ ਅਤੇ ਹੁਣ ਉਹ ਜਨਤਾ ਦੀ ਸੇਵਾ ਵਾਸਤੇ ਉੱਥੋਂ ਦੀ ਇੱਕ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਦੇ ਰੁਕਨ ਹਨ। ਭਾਈ ਸਾਹਿਬ ਜੀ ਬੋਲਦਾ ਪੰਜਾਬ ਤੇ ਆਪ ਜੀ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲਦਾ ਪੰਜਾਬ ਨੂੰ ਵੇਖਣ ਵਾਲੇ ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ, ਰਾਮ ਰਾਮ, ਸਲਾਮ ਅਲੈਕਮ। ਤੇ ਇਹੀ ਹੈ ਦੁਆ ਕਿ ਸਾਰੇ ਖੁਸ਼ ਹੋਣਗੇ, ਅੱਲਾਹ ਤਾਲਾ ਰਹਿਮਤ ਕਰੇ ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਹੁੰਦੀਆਂ ਰਹਿਣ। ਭਾਈ ਸਾਹਿਬ ਜੀ ਅਸੀਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਕੁਝ ਸਿਆਸੀ ਗੁਫ਼ਤਗੂ ਕਰਾਂਗੇ, ਕੁਝ ਅਸੀਂ ਉੱਥੋਂ ਦੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਬਾਰੇ 'ਚ ਵੀ ਗੱਲਬਾਤ ਕਰਾਂਗੇ, ਕਿਸਾਨਾਂ ਦੇ ਬਾਰੇ 'ਚ ਵੀ ਗੱਲਬਾਤ ਕਰਾਂਗੇ। ਸੋ ਅਸੀਂ ਸ਼ੁਰੂਆਤ ਕਰਦੇ ਹਾਂ ਕਿ ਭਾਰਤ ਦੀਆਂ ਕੁਝ ਸਟੇਟਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਜੀ, ਇਲੈਕਸ਼ਨ ਹੋਣ ਜਾ ਰਹੇ ਨੇ ਤੇ ਤੁਸੀਂ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਦੱਸੋ ਕਿ ਭਾਰਤ ਦੀ ਕਿਹੜੀ ਸਟੇਟ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਜੀ। ਬਿਲਕੁਲ ਜੀ, ਭਾਰਤ ਦੇ ਵਿੱਚ ਫਰਵਰੀ ਮਾਰਚ 'ਚ ਚੋਣਾਂ ਹੋਣਗੀਆਂ। ਪੰਜਾਬ, ਉੱਤਰਾਖੰਡ, ਮੱਧ ਪ੍ਰਦੇਸ਼ ਤੇ ਗੋਆ, ਇਹ 4 ਸਟੇਟਾਂ ਦੇ ਵਿੱਚ 2022 ਦੀ ਫਰਵਰੀ ਤੇ ਮਾਰਚ ਅਜੇ ਡੇਟ ਡਿਕਲੇਅਰ ਨਹੀਂ ਹੋਈ, ਚੋਣਾਂ ਹੋਣਗੀਆਂ ਜੀ। ਤੇ ਭਾਈ ਸਾਹਿਬ ਜੀ ਇਹਨਾਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਕਿੱਥੇ ਸਟੈਂਡ ਕਰ ਰਹੀ ਹੈ? ਭਾਰਤ ਬਹੁਤ ਦੁਨੀਆ ਦਾ ਵੱਡਾ ਲੋਕਤੰਤਰਕ ਦੇਸ਼ ਹੈ ਜੀ। ਇੱਥੇ ਜਿੰਨੇ ਧਰਮਾਂ ਦੇ ਲੋਕ ਆ ਉਸ ਤੋਂ ਕਿਧਰੇ ਜ਼ਿਆਦਾ ਪਾਰਟੀਆਂ। ਅੱਛਾ ਜੀ। ਆਜ਼ਾਦੀ ਹੈ, ਲੋਕਤੰਤਰ ਦੇ ਵਿੱਚ ਆਜ਼ਾਦੀ ਹੁੰਦੀ ਹੈ, ਪਰ ਜਿਹੜੀਆਂ ਮੁੱਖ ਪਾਰਟੀਆਂ ਉਹ ਹੈਗੀਆਂ ਭਾਰਤੀ ਜਨਤਾ ਪਾਰਟੀ, ਕਾਂਗਰਸ ਪਾਰਟੀ ਤੇ ਤੀਜੀ ਧਿਰ ਬਣ ਕੇ ਉੱਭਰ ਰਹੀ ਹੈ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਭਾਵੇਂ ਥੋੜੇ ਜਿਹੇ ਸਮੇਂ ਤੋਂ ਆਈ ਹੈ, ਪਿਛਲੀਆਂ ਕੋਈ ਕਰੀਬ ਆਪਾਂ ਕਹਿ ਸਕਦੇ ਹਾਂ ਕਿ ਬਸ ਲਗਭਗ 8-9 ਸਾਲ ਹੋਣ ਵਾਲੇ ਹੈ ਤੇ ਉਹਦੇ ਵਿੱਚ ਜਿੰਨਾ ਲੋਕਾਂ ਵਿੱਚ ਵਿਚਰੇ ਹੈ, ਕਿਉਂਕਿ ਨਾਂ ਤੋਂ ਵੀ ਤੁਹਾਨੂੰ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ। ਜੀ। ਜਦੋਂ ਲੋਕ ਖਾਸ ਆਦਮੀਆਂ ਤੋਂ ਤੰਗ ਆ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਆਮ ਆਦਮੀ ਪਾਰਟੀ ਬਣਾਉਣੀ ਪਈ। ਇਹ ਕੋਈ ਜੇ ਪਾਰਟੀਆਂ ਚੰਗੇ ਕੰਮ ਕਰਨ, ਰਾਜਨੇਤਾ ਚੰਗਾ ਕਰਨ ਤਾਂ ਕੋਈ ਸ਼ੌਕ ਨਹੀਂ ਹੁੰਦਾ ਵੱਖ-ਵੱਖ ਪਾਰਟੀਆਂ ਬਣਾਉਣੀਆਂ। ਇਸ ਕਰਕੇ ਜਦੋਂ ਭ੍ਰਿਸ਼ਟ ਰਾਜਨੀਤੀ ਦਾ ਪਸਾਰ ਹੋ ਜਾਂਦਾ ਤਾਂ ਫਿਰ ਮਜਬੂਰੀ ਬਣ ਜਾਂਦੀ ਲੋਕਾਂ ਦੀ। ਇਸੇ ਲਈ ਫਿਰ ਇਹਨਾਂ ਦੀਆਂ ਭ੍ਰਿਸ਼ਟ ਜਿਹੜੀਆਂ ਅਸੀਂ ਪਾਰਟੀਆਂ ਉਹਨਾਂ ਨੂੰ ਟੱਕਰ ਦੇਣ ਲਈ ਆਮ ਆਦਮੀ ਪਾਰਟੀ ਭਾਰਤ ਵਿੱਚ ਹੋਂਦ ਵਿੱਚ ਆਈ ਹੈ ਤੇ ਪੂਰਾ ਹੋ ਸਕਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਅਰਵਿੰਦ ਕੇਜਰੀਵਾਲ ਜਿਹੜੇ ਕਨਵੀਨਰ ਆਫ ਦਾ ਪਾਰਟੀ ਨੇ ਉਹਨਾਂ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਹੋਣ। ਤੇ ਭਾਈ ਸਾਹਿਬ ਜੀ ਸਿਆਸੀ ਗੁਫ਼ਤਗੂ ਦੇ ਨਾਲ ਅਸੀਂ ਥੋੜਾ ਜਿਹਾ ਤੁਹਾਡੇ ਤੋਂ ਇਹ ਵੀ ਪੁੱਛਾਂਗੇ ਕਿ ਪਿਛਲੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਕਿਸਾਨ, ਪਹਿਲੇ ਵੀ ਤੁਹਾਡੀ ਮੇਰੀ ਗੱਲਬਾਤ ਹੋਈ ਸੀ ਇਸ ਮੁੱਦੇ ਤੇ, ਪਿਛਲੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਕਿਸਾਨ ਆਪਣੀ ਮੰਗਾਂ ਤੇ ਪੰਜਾਬ ਹਰਿਆਣਾ ਬਾਰਡਰ ਤੇ ਬੈਠੇ ਨੇ ਤੇ ਸੁਣਨ 'ਚ ਆਇਆ ਕਿ ਕੁਝ ਬਾਰਡਰ ਇਹਨਾਂ ਨੇ ਖਾਲੀ ਵੀ ਕਰਵਾਏ ਨੇ ਆਰਮੀ ਨੂੰ ਕਹਿ ਕੇ, ਭਾਰਤ ਸਰਕਾਰ ਨੇ। ਇਹ ਦੱਸੋ ਇਹਦੇ 'ਚ ਕਿੰਨੀ ਕੁ ਸੱਚਾਈ ਹੈ ਤੇ ਕੀ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣਗੇ? ਠੀਕ ਹੈ ਜੀ, ਜਿਹੜੀ ਗੱਲ ਤੁਸੀਂ ਕਹੀ ਹੈ ਜੀ ਭਾਈ ਸਾਹਿਬ ਕਿ ਪਿਛਲੇ 392 ਦਿਨ ਹੋ ਗਏ ਹੈ ਕਿ 365 ਦਿਨ ਤਾਂ ਸਾਲ ਵਿੱਚ ਹੁੰਦੇ ਆ, ਤਾਂ ਇਹਦਾ ਮਤਲਬ ਹੈ ਕਿ 392 ਦਿਨ ਸਾਲ ਤੋਂ ਵੱਧ ਸਮਾਂ ਹੋ ਗਿਆ। ਜੀ। ਅੰਨਦਾਤਾ ਰਾਜਧਾਨੀ ਦੀ ਬਰੂਹਾਂ ਤੇ ਬੈਠਾ ਹੈ ਪਰ ਅਜੇ ਤੱਕ ਸਰਕਾਰਾਂ ਦੀ ਜਿਹੜੀ ਮਨਸ਼ਾ ਹੈ ਵੀ ਅਮੈਂਡਮੈਂਟ ਕਰ ਦਿੰਦੇ ਆ, ਇਹਦੇ 'ਚ ਬਦਲਾਅ ਲੈ ਆਉਂਦੇ ਆ, ਪਰ ਅਸੀਂ ਰੱਦ ਨਹੀਂ ਕਰਦੇ। ਜੀ। ਕਿਸਾਨ ਭਾਈਚਾਰਾ ਰੱਦ ਨਹੀਂ ਕਰਦੇ, ਅਸੀਂ ਤਬਦੀਲੀ ਕਰ ਦਿਆਂਗੇ, ਅਮੈਂਡਮੈਂਟ ਵਿੱਚ ਸੁਧਾਰ ਲੈ ਆਉਂਦੇ। ਜਿਹੜੀਆਂ ਗੱਲਾਂ ਤੁਸੀਂ ਚਾਹੁੰਦੇ ਹੋ, ਜਿਸ ਤਰ੍ਹਾਂ MSP ਵਗੈਰਾ ਸੀ, ਮੈਕਸੀਮਮ ਪ੍ਰਾਈਸ ਜਿਹੜਾ ਨਿਸ਼ਚਿਤ ਹੁੰਦਾ, ਉਹ ਕਈ ਸਟੇਟਾਂ ਵਿੱਚ ਹੈ ਤੇ ਕਈਆਂ 'ਚ ਨਹੀਂ। ਜੇ
ਹਰਿਆਣਾ ਤੇ ਪੰਜਾਬ ਵਿੱਚ ਹੈ ਤਾਂ ਬਾਕੀ ਸਟੇਟਾਂ 'ਚ ਨਹੀਂ ਹੈ। ਤੋ ਜਿਹੜੀ ਇਹ ਕਿਸਾਨਾਂ ਦੀ ਲੜਾਈ ਸਾਂਝੀ ਹੈ, ਜਿਹੜੀ ਤੁਸੀਂ ਗੱਲ ਕਹੀ ਸੀ ਵੀ ਆਰਮੀ ਲਾ ਕੇ ਬਾਰਡਰ ਖਾਲੀ ਕਰਾਇਆ, ਇਹ ਗਲਤ ਹੈ। ਇਹ ਇਨਫੋਰਮੇਸ਼ਨ ਠੀਕ ਨਹੀਂ ਹੈ ਕਿ ਉੱਥੇ ਜਿਹੜੀ ਪੁਲਿਸ ਹੈ, ਪੈਰਾਮਿਲਟਰੀ ਫੋਰਸ ਤਾਂ ਹੋ ਸਕਦੀ ਹੈ, ਪੋਸੀਬਲ ਹੈ, ਪਰ ਨਹੀਂ, ਆਰਮੀ ਨਹੀਂ ਲਾਈ, ਪੈਰਾਮਿਲਟਰੀ ਫੋਰਸ ਨਹੀਂ। ਉੱਥੇ ਪੁਲਿਸ ਦੇ ਰਾਹੀਂ ਜਿਹੜੇ ਰਸਤੇ ਰੋਕੇ ਹੋਏ ਸੀ, ਉਹ ਜਿਸ ਤਰ੍ਹਾਂ ਕੋਈ ਕੰਡਾ ਤਾਰ ਜਾਂ ਕੋਈ ਹੋਰ ਚੀਜ਼, ਕੋਈ ਪਥਰੀਲੀ ਚੀਜ਼ ਰੱਖੀ ਹੋਈ ਸੀ, ਉਹ ਸਰਕਾਰੀ ਤੌਰ ਤੇ ਪਾਸੇ ਕਰਵਾਈ ਗਈ ਹੈ। ਕਿਉਂਕਿ ਕਿਸਾਨ ਜਥੇਬੰਦੀਆਂ ਸ਼ਾਂਤਮਈ ਢੰਗ ਨਾਲ ਬੈਠੀਆਂ, ਕੋਈ ਉੱਥੇ ਕੋਈ ਗੁੰਡਾਗਰਦੀ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਕਰਦੀਆਂ, ਕਿਉਂਕਿ ਉਹਨਾਂ ਨੂੰ ਜਾਣ ਤੋਂ, ਉਹਨਾਂ ਨੇ ਦਿੱਲੀ ਜਾ ਕੇ ਆਪਣੀ ਮੰਗ ਰੱਖਣੀ ਸੀ, ਨਹੀਂ ਜਾਣ ਦਿੱਤਾ ਤਾਂ ਜਿੱਥੇ ਰੋਕ ਦਿੱਤਾ ਉੱਥੇ ਬੈਠ ਗਏ ਸੀ। ਤੇ ਜਿਹੀ ਕੋਈ ਗੱਲ ਨਹੀਂ ਆਰਮੀ ਵਾਲੀ। ਤੇ ਭਾਈ ਸਾਹਿਬ ਜੀ ਇਸ ਟਾਈਮ, ਅੱਛਾ ਚਲੋ ਭਾਈ ਸਾਹਿਬ ਜੀ, ਇਸ ਟਾਈਮ ਕਿੰਨੇ ਬਾਰਡਰ ਨੇ ਜਿਹੜੇ ਜਿੱਥੇ ਕਿਸਾਨ ਬੈਠੇ ਸੀ ਤੇ ਉਹਨਾਂ ਤੋਂ ਕੋਈ ਬਾਰਡਰ ਖਾਲੀ, ਮਤਲਬ ਕੋਈ ਐਸੀ ਵੀ ਕੋਈ ਗੱਲ ਹੋਈ ਹੈ ਕਿ ਉਹਨਾਂ ਨੇ ਕੋਈ 1-2 ਬਾਰਡਰ ਖਾਲੀ ਵੀ ਕਰਕੇ ਤੇ ਹੁਣ ਕਿਸੇ ਹੋਰ ਜਗ੍ਹਾ ਚਲੇ ਗਏ ਨੇ, ਜਾਂ ਉਹ ਜਿੱਥੇ ਬੈਠੇ ਸੀ ਅੱਜ ਤੋਂ 1 ਸਾਲ ਪਹਿਲੇ ਅੱਜ ਵੀ ਉੱਥੇ ਹੀ ਬੈਠੇ ਨੇ? ਨਹੀਂ, ਉਹ 4 ਥਾਵਾਂ ਤੇ ਹੈਗੇ, ਉਸੇ ਤਰ੍ਹਾਂ ਹੀ ਬੈਠੇ ਆ। ਠੀਕ ਹੈ, ਕਦੇ ਕਦੇ ਵਾਧਾ ਵਟਕਾ ਹੋ ਜਾਂਦਾ, ਜਿਹਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਕਿਸੇ ਜਥੇਬੰਦੀ ਜਾਂ ਸੰਗਠਨ ਨੂੰ ਕਮਜ਼ੋਰ ਕਰਨਾ ਹੋਵੇ ਤਾਂ ਆਪਾਂ ਵਿੱਚ ਸੂਈਏ ਛੱਡ ਦਿੰਦੇ ਹਾਂ। ਜੀ। ਸਾਡੀ ਜਥੇਬੰਦੀ ਕਿਧਰੇ ਬੈਠੀ ਹੈ ਤਾਂ ਉਹਨੂੰ ਮੈਨੀਪੂਲੇਟ ਕਰਨ ਲਈ ਆਪਾਂ ਕੋਈ ਸਿਸਟਮ ਬਣਾਉਂਦੇ ਆ, ਜਿਸ ਤਰ੍ਹਾਂ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਆਪਣੇ ਸੂਈਆ ਭੇਜ ਕੇ ਤੇ ਉਹ ਕਮਜ਼ੋਰ ਕਰਦੇ ਉਸ ਦੇਸ਼ ਨੂੰ। ਉਸੇ ਤਰ੍ਹਾਂ ਉਹ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ, ਉਹਨਾਂ ਦੇ ਵਿੱਚ ਪਾੜਾ ਪਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਆਪਸ ਵਿੱਚ ਲੜ ਪੈਣ। ਕਈ ਵਾਰੀ ਥੋੜੇ ਵਾਲੇ ਨਾਰਮਲ ਹੋਏ ਵੀ ਹੈ, ਪਰ ਮੁੱਖ ਮਕਸਦ ਜਿਹੜਾ ਉਹ ਇਹੀ ਸੀ ਕਿ ਜਦੋਂ ਤੱਕ ਕਿਸਾਨ ਦੀ ਜਾਇਜ਼ ਮੰਗ ਹੈ, ਜਿਹੜਾ ਮਾਲਕ ਹੈ ਜਿਸ ਖੇਤੀ ਦਾ, ਜੇ ਉਹ ਮਾਲਕ ਹੀ ਨਾ ਰਿਹਾ ਤਾਂ ਉਹ ਆਪਣੀ ਮਨਮਰਜ਼ੀ ਨਾਲ ਖੇਤੀ ਨਹੀਂ ਕਰ ਸਕੇਗਾ। ਇਹ ਗਲਤ ਹੈ ਕਿ ਕਿਸਾਨਾਂ ਦੀ ਜਾਇਦਾਦ ਨੂੰ ਕਿਸੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ। ਜੇ ਰਾਜਨੀਤਿਕ ਲੀਡਰ ਉਹਨਾਂ ਤੋਂ ਕੋਈ ਇਲੈਕਸ਼ਨ ਫੰਡ ਲੈਂਦੇ ਆ ਤਾਂ ਹੋਰ ਬਥੇਰਾ ਕੁਛ ਹੈ, ਜਹਾਜ਼ਾਂ ਦੀਆਂ ਫੈਕਟਰੀਆਂ ਦੇ ਦਿੱਤੀਆਂ, ਜਾਂ ਕੋਈ ਕਾਰਖਾਨਿਆਂ ਦੇ ਲਾਇਸੈਂਸ ਕਾਰਖਾਨੇ ਦੇ ਦਿੱਤੇ ਆ, ਸੜਕਾਂ, ਰੇਲ ਗੱਡੀਆਂ। ਪਰ ਇੱਕ ਖੇਤੀ ਜਿਹੜੀ ਸੀ, ਇਹ ਨਹੀਂ ਚਾਹੀਦੀ ਸੀ। ਇਹ ਜਦੋਂ ਇਹਦੇ ਤੇ ਡਾਕਾ ਵੱਜਣ ਲੱਗਿਆ ਤਾਂ ਫਿਰ ਹੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ। ਅਗਰ ਇਹ ਨਾ ਛੇੜਦੇ ਤਾਂ ਬਾਕੀ ਤਾਂ ਚੱਲੀ ਜਾਂਦਾ ਸਾਰਾ ਕੁਝ, ਤੁਹਾਨੂੰ ਪਤਾ ਹੀ ਹੈ। ਭਾਈ ਸਾਹਿਬ ਜੀ, ਕੁਝ ਸਮਾਂ ਪਹਿਲਾਂ ਖਬਰ ਚੱਲਦੀ ਸੀ ਕਿ ਬੀਜੇਪੀ ਦੇ ਕੋਈ ਮਿਨਿਸਟਰ ਨੇ ਜਿਨ੍ਹਾਂ ਦੇ ਬੇਟੇ ਨੇ ਸ਼ਾਇਦ ਕਿਸਾਨ ਜਿਹੜੇ ਉੱਥੇ ਬੈਠੇ ਨੇ ਆਪਣੀਆਂ ਮੰਗਾਂ ਲੈਣ ਵਾਸਤੇ ਬਾਰਡਰਾਂ ਤੇ, ਉਹਨਾਂ ਤੇ ਕੋਈ ਗੱਡੀ ਚੜਾ ਦਿੱਤੀ ਸੀ ਜੀ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਉਹ ਨਾ ਤਾਂ ਸ਼ਾਇਦ ਯਾਦਵ ਕੇ ਸ਼ੰਕਰ ਕੋਈ ਅਜਿਹਾ ਸੀ, ਮੈਨੂੰ ਨਾਂ ਯਾਦ ਨਹੀਂ ਆ ਰਿਹਾ। ਠੀਕ ਹੈ, ਉਹਨਾਂ ਦਾ ਤਾਲੁਕ ਬੀਜੇਪੀ ਤੋਂ ਸੀ ਜੀ? ਹਾਂ, ਉਹ ਤਾਲੁਕ ਉਹਨਾਂ ਦਾ ਬੀਜੇਪੀ ਸੀ ਤੇ ਉਹਨਾਂ ਦਾ ਲੜਕਾ ਵੀ ਸੀ। ਉਹ ਕਿਧਰੇ ਜਾ ਰਹੇ ਸੀ ਤੇ ਰਸਤੇ 'ਚ ਕਿਸਾਨ ਜਥੇਬੰਦੀਆਂ ਸ਼ਾਂਤਮਈ ਢੰਗ ਨਾਲ ਜਦੋਂ ਵੀ ਕੋਈ ਲੀਡਰ ਗੁਜ਼ਰਦਾ ਹੈ ਤਾਂ ਉਹਨੂੰ ਰੋਕ ਕੇ ਕਹਿੰਦੇ ਕਿ ਸਾਡੀਆਂ ਤੁਸੀਂ ਮੰਗਾਂ ਕਿਉਂ ਨਹੀਂ ਮੰਨਦੇ। ਹੋ ਸਕਦਾ ਹੈ ਕਿ ਮਿਸ ਅੰਡਰਸਟੈਂਡਿੰਗ ਹੋ ਗਈ ਹੋਵੇ ਕਿ ਉਹਨਾਂ ਨੂੰ ਇਹ ਲੱਗਿਆ ਹੋਵੇ ਕਿ ਸਾਨੂੰ ਕਿਸਾਨ ਯੂਨੀਅਨ ਘੇਰ ਕੇ ਸਾਡਾ ਨੁਕਸਾਨ ਨਾ ਕਰੇ, ਤਾਂ ਉਹਨਾਂ ਨੇ ਗੱਡੀ ਭਜਾਈ ਸੀ। ਉਹ ਗੱਡੀ ਦੇ ਥੱਲੇ ਆ ਕੇ 4 ਕਿਸਾਨਾਂ ਦੀ ਮੌਤ ਹੋ ਗਈ ਸੀ। ਤੋਂ ਕਾਫੀ ਬਾਕੀ ਸਾਰੀਆਂ ਜਿਸ ਤਰ੍ਹਾਂ ਬਾਕੀ ਪਾਰਟੀਆਂ ਨੇ ਸਾਰੀਆਂ ਨੇ ਅਫਸੋਸ ਕੀਤਾ ਸੀ। ਇੱਕ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਸੀ, ਸ਼ਾਇਦ ਉਹਨਾਂ ਨੂੰ ਇਹ ਗੱਲ ਸੀ ਕਿ ਅਸੀਂ ਕੁਝ ਬੋਲਾਂਗੇ ਤਾਂ ਪਤਾ ਨਹੀਂ ਘਾਟਾ ਪੈ ਜਾਏਗਾ। ਅਫਸੋਸ ਹੈ ਕਿ ਜਦੋਂ ਕਿਸਾਨ ਮਰਦਾ ਤਾਂ ਰਾਜਨੀਤਿਕ ਲੀਡਰ ਉਹ ਅਫਸੋਸ ਵੀ ਨਾ ਕਰਨ। ਸਿਆਣੇ ਕਹਿੰਦੇ ਆ ਨਾ, ਜੇ ਮਰਗ ਤੇ ਜਾਈਏ ਰੋਣਾ ਨਹੀਂ ਆਉਂਦਾ ਤਾਂ ਰੋਣ ਵਰਗਾ ਮੂੰਹ ਤਾਂ ਬਣਾ ਲੈਣਾ ਚਾਹੀਦਾ ਹੈ। ਬਿਲਕੁਲ ਜੀ। ਤੇ ਉਸ ਤਰ੍ਹਾਂ ਜਦੋਂ ਮਰੇ ਸੀ, ਠੀਕ ਹੈ, ਮੁਆਵਜ਼ੇ ਦੇ ਤੇ ਪੰਜਾਬ ਸਰਕਾਰ ਇੱਥੋਂ ਚੜ੍ਹਦੇ ਪੰਜਾਬ ਵਾਲੇ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਨਵੇਂ ਮੁੱਖ ਮੰਤਰੀ ਬਣੇ ਆ, ਜੀ 50 ਲੱਖ ਰੁਪਏ ਉਹਨਾਂ ਕਿਸਾਨਾਂ ਨੂੰ ਦੇ ਕੇ ਆਏ ਆ। ਹਾਲਾਂਕਿ ਮੈਂ ਕੀਤਾ ਸੀ ਵੀ ਚੰਨੀ ਸਾਹਿਬ, ਜੇ ਤੁਸੀਂ ਅਦਰ ਸਟੇਟ ਵਿੱਚ ਜਾ ਕੇ ਇੰਨਾ ਭਲਾ ਕਰ ਸਕਦੇ ਹੋ ਤੇ ਕੀ ਜਿਹੜਾ ਆਪਣਾ ਸਟੇਟ ਹੈ, ਇੱਥੇ ਕਿਸਾਨ ਦੁਖੀ ਨਹੀਂ ਜਾਂ ਇੱਥੇ ਕਿਸਾਨ ਨਹੀਂ ਮਰੇ? ਇਸ ਕਰਕੇ ਸੱਚੀ ਗੱਲ ਕੌੜੀ ਲੱਗਦੀ ਹੈ, ਪਰ ਸੱਚ ਬੋਲਣਾ ਔਖਾ ਹੈ, ਕਿਉਂਕਿ ਆਪਣਾ ਤਾਂ ਮਕਸਦ ਹੀ ਹੈ ਸੱਚ ਦੀ ਆਵਾਜ਼ ਲੈ ਕੇ ਚੱਲੇ ਆ ਤੇ ਸੱਚ ਬੋਲਦੇ ਰਹਾਂਗੇ। ਕੋਈ ਗੱਲ ਨਹੀਂ, ਜੇ ਇਹ ਮੇਰੀਆਂ ਗੱਲਾਂ ਨੂੰ ਉਹਨਾਂ ਨੂੰ ਭੈੜੀਆਂ ਲੱਗਦੀਆਂ, ਮੈਂ ਵੈਸੇ ਆਮ ਤੌਰ ਤੇ ਵੀਡੀਓ ਬਣਾਉਣਾ ਤਾਂ ਉਹਦੇ 'ਚ ਬੋਲਦਾ ਕਿ ਫੌਜਾ ਸਿੰਘ ਸਾਬਕਾ ਲੋਕ ਸੇਵਕ ਸੱਚ ਦੀ ਆਵਾਜ਼ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ। ਤਾਂ ਬਹੁਤ ਕੁਝ ਉਹਨਾਂ ਨੂੰ ਕਹਿੰਦੇ ਰਹਿੰਦੇ ਵੀ ਜੋ ਠੀਕ ਉਹ ਤਾਂ ਕਹਿਣਾ ਪਏਗਾ, ਭਾਵੇਂ ਉਹ ਪ੍ਰਧਾਨ ਮੰਤਰੀ ਹੈ, ਮੁੱਖ ਮੰਤਰੀ, ਕੋਈ ਵੀ ਹੈ।
ਭਾਈ ਸਾਹਿਬ ਜੀ ਸਚਾਈ ਤੇ ਨਹੀਂ ਲੁਕ ਸਕਦੀ ਨਾ, ਜੋ ਮਰਜ਼ੀ ਹੋ ਜਾਵੇ। ਸਚਾਈ ਤਾਂ ਫਿਰ ਇਸ ਤਰ੍ਹਾਂ ਸੀ ਕਿ ਥੋੜੀ ਜਿਹੀ ਮੈਂ ਜੇ ਧਰਮ ਦੀ ਵੀ ਗੱਲ ਕਰ ਲਵਾਂ ਜੀ ਤਾਂ ਜੀ ਕੋਈ, ਜਿਸ ਤਰ੍ਹਾਂ ਆਪਾਂ ਪਿੱਛੇ ਵੀ ਕਿਹਾ ਸੀ ਬੰਦਾ ਮੈਂ ਇੱਕੋ ਆ, ਨਾ ਮੇਰੇ ਚਾਰ ਹੈ, ਜੀ ਭਾਈ ਉਸੇ ਸਾਹਿਬ। ਤਰ੍ਹਾਂ ਹੁਣ ਬੁੱਲੇ ਸ਼ਾਹ ਵਧੀਆ ਕਵੀ ਹੋਏ ਆ, ਵਧੀਆ ਸੰਤ ਫਕੀਰ ਹੋਏ ਆ, ਪਰ ਜੀ ਉਹਨਾਂ ਜੀ ਦੀ ਜਿਹੜੀ ਲੇਖਣੀ ਨੂੰ ਕਿਸੇ ਵੀ, ਨਾ ਗੁਰੂ ਗ੍ਰੰਥ ਸਾਹਿਬ, ਨਾ ਕੁਰਾਨ, ਨਾ ਗੀਤਾ ਤੇ ਨਾ ਹੀ ਬਾਈਬਲ 'ਚ ਕਿਤੇ ਜਗ੍ਹਾ ਨਹੀਂ ਦਿੱਤੀ ਗਈ। ਕਿਉਂ ਨਹੀਂ ਦਿੱਤੀ ਗਈ? ਕਿ ਉਹ ਸੱਚ ਬੋਲਦੇ ਸੀ। ਉਹਨਾਂ ਨੇ ਇੱਕ ਥਾਂ ਤੇ ਕਿਹਾ ਸੀ, ਧਰਮਸ਼ਾਲਾ ਤੜਵਾਈ ਵਸਦੇ, ਧਰਮਸ਼ਾਲਾ ਤੜਵਾਈ ਵਸਦੇ, ਠਾਕਰ ਦੁਆਰੇ ਠੱਗ, ਵਿੱਚ ਮਸੀਤਾਂ ਕੁਸੀਤੇ ਰਹਿੰਦੇ, ਆਸ਼ਕ ਰਹਿਣ ਅਲੱਗ। ਤਾਂ ਉੱਥੇ ਉਹ ਆਸ਼ਿਕ ਕੋਈ ਆਸ਼ਿਆਨਾ ਸੰਬੰਧਾਂ ਦੀ ਗੱਲ ਨਹੀਂ ਹੋਈ ਸੀ। ਜੀ ਜੀ ਉੱਥੇ ਇਹੀ ਸੱਚ ਦੀ ਗੱਲ ਹੋਈ ਸੀ ਕਿ ਜਿਹੜੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਆ ਨਾ, ਉਹ ਇਹਨਾਂ ਥਾਵਾਂ ਤੇ ਨਹੀਂ ਰਹਿੰਦੇ, ਨਾ ਉਹ ਧਰਮਸ਼ਾਲਾ 'ਚ, ਨਾ ਠਾਕਰ ਦੁਆਰੇ, ਨਾ ਮਸੀਤ 'ਚ। ਤੇ ਉਹ ਜਿਹੜੇ ਸ਼ਬਦ ਬੜੇ ਤਿੱਖੇ ਸੀ, ਇਸੇ ਜੀ ਕਰਕੇ ਭਾਈ। ਉਹਨਾਂ ਨੂੰ ਕਿਸੇ ਨੇ ਮਾਨਤਾ ਨਹੀਂ ਦਿੱਤੀ। ਤੇ ਉਹ ਅੱਜ ਵੀ ਉਹ ਠੀਕ ਹੈ, ਲੋਕ ਉਹਨਾਂ ਨੂੰ ਮੰਨਦੇ ਆ, ਸਤਿਕਾਰ ਦਿੰਦੇ ਆ, ਜੀ ਜੀ ਪਰ ਤੇ ਇੱਕ ਇੱਧਰ ਸਾਡੇ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਲੇਖਕ ਹੈ ਸੁਰਜੀਤ ਪਾਤਰ, ਸ਼ਾਇਦ ਤੁਸੀਂ ਵੀ ਸੁਣਿਆ ਹੋਵੇ। ਜੀ ਜੀ ਉਹ ਉਹਨਾਂ ਦੀ ਕਲਮ ਇੱਕ ਥਾਂ ਤੇ ਲਿਖਦੀ ਹੈ, ਕਹਿੰਦੇ ਇੰਨਾ ਵੀ ਸੱਚ ਨਾ ਬੋਲ ਕੇ ਕਿਤੇ ਇਕੱਲਾ ਹੀ ਨਾ ਰਹਿ ਜਾਵੇਂ। ਹੂੰ 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 ਤੇ ਇਸ ਤਰ੍ਹਾਂ ਕਰਕੇ ਦੋਸਤਾ ਰਾਹ ਤਾਂ ਮੱਲਿਆ, ਬਾਕੀ ਲੱਗ ਜਾਂਦਾ ਪਤਾ ਕੀ ਕਰਦੇ। ਹੂੰ। ਅੱਛਾ ਭਾਈ ਸਾਹਿਬ ਜੀ, ਅਸੀਂ ਫਿਰ ਦੁਬਾਰਾ ਸਿਆਸੀ ਗੁਫ਼ਤਗੂ ਵਾਲੇ ਪਾਸੇ ਜਾਂਦੇ ਹਾਂ। ਜੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ, ਜੀ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਹੈ ਜੀ, ਹਾਂਜੀ। ਤੇ ਪੰਜਾਬ ਵਿੱਚ ਹੁਣ ਕੀ ਸਿਆਸੀ ਸੂਰਤ ਹਾਲ ਹੈ ਜੀ ਉਹਨਾਂ ਦੀ? ਤੁਸੀਂ ਨਾਂ ਵੀ ਬੜਾ ਪਿਆਰਾ ਲਿਆ, ਕੈਪਟਨ ਅਮਰਿੰਦਰ ਸਿੰਘ। ਉਹ ਜੀ ਮਹਾਰਾਜੇ ਖਾਨਦਾਨ ਤੋਂ ਨਹੀਂ ਜੀ, ਉਹ ਰਾਜੇ ਸੀ, ਪਟਿਆਲਾ ਰਿਆਸਤ ਹੁੰਦੀ ਸੀ। ਜੀ ਜੀ ਤੇ ਜਦੋਂ ਭਾਰਤ ਦੀ ਵੰਡ ਹੋਈ ਹੈ, ਮੈਂ ਤੁਹਾਨੂੰ ਜੀ ਪਹਿਲਾਂ ਵੀ ਇੱਕ ਜ਼ਿਕਰ ਕੀਤਾ ਸੀ ਕਿ ਮੈਂ ਕਦੇ ਆਜ਼ਾਦੀ ਦੀ ਜ਼ਿਕਰ ਹੀ ਨਹੀਂ ਕਰਦਾ, ਆਜ਼ਾਦ ਹੋਇਆ ਹੀ ਨਹੀਂ, ਅਸੀਂ ਉਵੇਂ ਹੀ ਹੈ। ਹਾਂਜੀ। ਤਾਂ ਜਦੋਂ ਦੋ ਦੇਸ਼ਾਂ ਦੀ ਵੰਡ ਹੋਈ ਸੀ, ਤਾਂ ਉਸ ਵੇਲੇ ਇਹ ਰਜਵਾੜਾ ਸ਼ਾਹੀ ਸੀ, ਇਹਨਾਂ ਦੇ ਬਜ਼ੁਰਗ ਜਿਹੜੇ ਸੀ ਰਾਜੇ ਸੀਗੇ। ਤਾਂ ਜੀ ਫਿਰ ਉਹੀ ਲੱਛਣ ਅਜੇ ਵੀ ਹੈਗੇ ਆ ਰਾਜੇ ਜਿਹੜੇ ਆ ਨਾ ਉਹਨਾਂ ਦੇ। ਜੇ ਹੁਣ ਇੱਕ ਇੱਕ ਗਰੀਬ ਦਾ ਬੱਚਾ ਹੈ, ਉਹਦੇ 'ਚ ਉਹ ਗਰੀਬੀ ਤੇ ਸੋਚ ਉਹਦੀ ਨਹੀਂ ਜਾਂਦੀ, ਜੀ ਕਿਉਂਕਿ ਉਹ ਮਾੜੇ ਹਾਲਾਤਾਂ ਵਿੱਚ ਰਹਿ ਕੇ ਉਹਦੀ ਸੋਚ ਵੀ ਥੋੜੀ ਜਿਹੀ ਕਮਜ਼ੋਰ ਹੋ ਜਾਂਦੀ ਹੈ। ਉਸੇ ਤਰ੍ਹਾਂ ਰਾਜਿਆਂ ਨੇ ਰਾਜਿਆਂ ਵਾਲੇ ਕੰਮ ਕੀਤੇ, 4.5 ਸਾਲ ਤਾਂ ਉਹਨਾਂ ਨੇ ਕੋਈ ਮੁੱਖ ਮੰਤਰੀ ਹੁੰਦੇ ਹੋਇਆਂ ਵੀ ਸਾਰ ਨਹੀਂ ਲਈ ਆਪਣੀ ਸਟੇਟ ਦੀ। ਤੇ ਅੱਛਾ ਜੀ। ਜਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹਿੰਮਤ ਕਰਕੇ ਉਹਨਾਂ ਨੂੰ ਪਾਸੇ ਕੀਤਾ ਤੇ ਮੁੱਖ ਮੰਤਰੀ ਅਨੁਸੂਚਿਤ ਸਮਾਜ ਨਾਲ ਸੰਬੰਧਿਤ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ, ਤੇ ਜੀ ਉਹਨਾਂ ਤੋਂ ਇਹ ਬਰਦਾਸ਼ਤ ਨਹੀਂ ਹੋਇਆ। ਇਹ ਕ੍ਰਿਟੀਸਾਈਜ਼ ਵੀ ਹੋਇਆ ਸੀ, ਸ਼ਾਇਦ ਤੁਸੀਂ ਵੀ ਸੁਣਦੇ ਰਹਿੰਦੇ ਹੋਵੋਗੇ ਜਾਂ WhatsApp ਤੇ ਜਾਂ ਕਿਸੇ ਤਰ੍ਹਾਂ ਵੀ, ਕਿ ਜੀ ਜੀ ਕਈਆਂ ਨੇ ਜਿਹਨਾਂ ਨੇ ਜਾਤੀ ਸੂਚਕ ਵੀ ਸ਼ਬਦ ਬੋਲੇ ਸਨ। ਪਰ ਬਹੁਤ ਘਟੀਆ ਹਰਕਤ ਹੈ। ਮਨੁੱਖ ਤਾਂ ਮਨੁੱਖ ਹੀ ਹੈ। ਜੀ ਅਕਸਰ ਤਾਂ ਇਨਸਾਨ ਨੇ ਕਿਧਰੇ ਪੈਦਾ ਹੋਣਾ ਹੈ, ਉਹਦੀ ਜਾਤ ਦਾ ਨਾਂ ਲੈ ਕੇ ਜਾਂ ਜਾਤ ਦਾ ਸਟੰਟ ਕੱਸਣਾ ਮਾੜੀ ਗੱਲ ਹੈ। ਤੇ ਜੀ ਇਹ ਸਾਰੀ ਜਿਹੜੀ ਉਹਨਾਂ ਨੂੰ ਪਾਸੇ ਕਰਨ ਵਾਲੀ ਹਿੰਮਤ ਕੀਤੀ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੇ, ਤੇ ਉਹਨਾਂ ਜੀ ਨੂੰ ਹੁਣ ਰੋਜ਼ ਉਹਨਾਂ ਦੇ ਇਲਜ਼ਾਮ ਲਾਉਂਦੇ ਜੀ ਉਹਨਾਂ ਨੇ ਪਾਕਿਸਤਾਨ ਦੇ ਜਰਨਲ ਨਾਲ ਬਾਜਵਾ ਸਾਹਿਬ ਨਾਲ ਜੱਫੀ ਪਾਈ ਹੈ। ਜੱਫੀ ਤਾਂ ਫਿਰ ਜਦੋਂ ਮੋਦੀ ਸਾਹਿਬ ਗਏ ਸੀ ਇਹਨਾਂ ਨੇ ਵੀ ਪਾਈ ਸੀ, ਤੇ ਨਵਾਜ਼ ਸ਼ਰੀਫ ਫਿਰ ਨਾਲ। ਕੈਪਟਨ ਸਾਹਿਬ ਗਏ ਸੀ, ਉਦੋਂ ਇਹਨਾਂ ਨੇ ਵੀ ਪਾਈ ਸੀ। ਇਹ ਜੱਫੀ ਪਾਉਣ ਨਾਲ ਬੰਦਾ ਪ੍ਰੇਸ਼ਟ ਨਹੀਂ ਹੋ ਜਾਂਦਾ। ਜਦੋਂ ਤੱਕ ਸੋਚ ਨਹੀਂ ਪ੍ਰੇਸ਼ਟ ਹੁੰਦੀ, ਬੰਦਾ ਪ੍ਰੇਸ਼ਟ ਨਹੀਂ ਹੁੰਦਾ। ਆਪਾਂ ਗੱਲਾਂ ਕਰ ਰਹੇ ਨੇਕ ਨੀਤੀ ਨਾਲ ਕਰ ਰਹੇ ਹਾਂ, ਕੋਈ ਇਹ ਤਾਂ ਹੈ ਨਹੀਂ ਕਿ ਜੇ ਤੁਸੀਂ ਪਾਕਿਸਤਾਨ 'ਚ ਬੈਠੇ ਹੋ, ਮੈਂ ਭਾਰਤ ਵਿੱਚ ਬੈਠਾ, ਤੇ ਅਸੀਂ ਕੋਈ ਦੋਨਾਂ ਦੇਸ਼ਾਂ ਦੀ ਜਸੂਸੀ ਤਾਂ ਨਹੀਂ ਕਰ ਰਹੇ, ਅਸੀਂ ਤਾਂ ਖਿਆਲਾਤ ਤੇ ਸਾਂਝੇ ਕਰ ਰਹੇ ਹਾਂ। ਭਾਈ ਸਾਹਿਬ ਜੀ, ਮੈਂ ਇੱਥੇ ਥੋੜੀ ਜਿਹੀ ਗੱਲ ਕਰਾਂਗਾ, ਤੇ ਜੇ ਜੱਫੀ ਪਾਈ ਵੀ ਤੇ ਉਹ ਅੱਛੇ ਕੰਮ ਵਾਸਤੇ ਪਈ ਨਾ ਜੀ। ਤੇ ਮਹਾਰਾਜ ਨੇ 70 ਸਾਲਾਂ ਦੀਆਂ ਅਰਦਾਸਾਂ ਵੀ ਕਬੂਲ ਕੀਤੀਆਂ, ਕਰਤਾਰਪੁਰ ਸਾਹਿਬ ਵਰਗਾ ਤੋਹਫਾ ਦੇਤਾ ਜੀ। ਸੰਗਤਾਂ ਆਣ ਜਾਣ, ਮੱਥਾ ਟੇਕਣ, ਪ੍ਰਸ਼ਾਦਾ ਛਕਣ, ਗੁਰੂ ਘਰ ਦੇ ਦਰਸ਼ਨ ਕਰਨ। ਪਹਿਲੇ ਭਾਰਤ ਸਰਕਾਰ ਨੇ ਉਹ ਬਣਾਈ ਹੋਈ ਸੀ, ਤੁਸੀਂ ਉੱਥੋਂ ਖੜੇ ਹੋ ਕੇ ਦਰਸ਼ਨ ਕਰਦੀਆਂ ਸਨ ਸੰਗਤਾਂ। ਉਸ ਜੱਫੀ ਦੀ ਵਜ੍ਹਾ ਨਾਲ ਇਹ ਹੋਇਆ ਕਿ ਉਹ ਕੰਡਾ ਤਾਰ ਹਟ ਗਈ, ਖੁੱਲੇ ਦਰਸ਼ਨ ਦੀਦਾਰੇ ਸੰਗਤਾਂ ਕਰਨ। ਤੇ ਚਲੋ ਆਪਾਂ ਅੱਗੇ ਜਾ ਕੇ ਕਰਤਾਰਪੁਰ ਸਾਹਿਬ ਦੀ ਵੀ ਗੱਲ ਕਰਾਂਗੇ ਜੀ। ਮੈਂ ਉਹ ਜੱਫੀ ਦੀ ਗੱਲ ਤੋਂ ਮੈਂ ਥੋੜਾ ਜਿਹਾ ਮੈਨੂੰ ਆਇਆ ਕਿ ਮੈਨੂੰ ਇੱਥੇ ਬੋਲਣਾ ਚਾਹੀਦਾ ਜੀ। ਚਲੋ ਜੀ ਤੁਸੀਂ ਕੈਪਟਨ ਸਾਹਿਬ ਦੀ ਗੱਲ ਕਰ ਰਹੇ ਸੀ, ਮੈਂ ਤੁਹਾਨੂੰ, ਚਲੋ ਜੀ ਆਪਾਂ ਲੜੀ ਜੋੜ ਰਹੇ ਹਾਂ। ਉਹ ਗੱਲ ਤਾਂ ਉੱਥੇ ਜੀ ਰਹਿ ਗਈ ਸੀ ਜੀ ਜੀ ਕਿ ਉਹਨਾਂ ਦਾ ਫਿਰ ਉਹ ਰਜਵਾੜਾ ਸ਼ਾਹੀ ਨਾਲ ਸੰਬੰਧ ਸੀ, ਇਸ ਜੀ ਜੀ ਕਰਕੇ ਉਹ ਫਿਰ ਆਪਣਾ ਉਹਨਾਂ ਦਾ ਸਮਾਂ ਠੀਕ ਨਹੀਂ ਗੁਜ਼ਰਿਆ। ਤੇ ਹੂੰ ਲੋਕਤੰਤਰ ਹੈ, ਉਹਨਾਂ ਨੇ ਉਹਨੂੰ ਪਾਸੇ ਕਰ ਦਿੱਤਾ। ਪਰ ਉਹਨਾਂ ਨੇ ਹੁਣ ਨਵੀਂ ਪਾਰਟੀ ਬਣਾਈ ਹੈ ਜਿਹਦੇ ਵਿੱਚ ਕੋਈ ਸਹਿਯੋਗੀ ਨਹੀਂ। ਉਹਨਾਂ ਨੇ ਨਾਂ ਰੱਖਿਆ ਕਾਂਗਰਸ, ਪੰਜਾਬ ਲੋਕ ਕਾਂਗਰਸ। ਅੱਛਾ ਜੀ। ਪੰਜਾਬ ਮੈਂ ਉਹਦੇ ਬਾਰੇ 'ਚ ਵੀ ਤੁਹਾਡੇ ਨਾਲ ਗੱਲ ਕਰਨੀ ਸੀ
ਕਿ ਭਾਈ ਸਾਹਿਬ ਜੀ ਮੈਂ 2 ਮਿੰਟ ਤੁਹਾਡੀ ਗੱਲ ਕੱਟ ਰਿਹਾ। ਜੀ ਜਿਹੜੀ ਪਾਰਟੀ ਉਹਨਾਂ ਨੇ ਬਣਾਈ ਹੈ ਪੰਜਾਬ ਵਿੱਚ, ਉਹ ਕਿੱਥੇ ਸਟੈਂਡ ਕਰ ਰਹੀ ਹੈ ਜੀ? ਉਹਦੇ ਬਾਰੇ ਥੋੜਾ ਜਿਹਾ ਬਸ ਦੱਸ ਦਿਓ ਮੈਨੂੰ। ਉਹ ਅਜੇ ਜ਼ੀਰੋ ਤੇ ਹੈ ਜੀ, ਉਹਨਾਂ ਦੇ ਨਾਲ ਕੋਈ ਵੀ ਨਹੀਂ। ਉਹ 1.25 ਲੱਖ ਇਕੱਲੇ ਹੀ ਨੇ, ਜਿਸ ਤਰ੍ਹਾਂ ਖਾਲਸੇ ਬੋਲਦੇ ਹੁੰਦੇ 1.25 ਲੱਖ, ਉਹ ਇੱਕ ਨੂੰ 1.25 ਲੱਖ ਕਹਿੰਦੇ। ਉਹ ਅਜੇ ਅੱਛਾ ਜੀ। ਤੱਕ ਹਾਲ ਦੀ ਘੜੀ ਤੇ ਉਹ 1.25 ਲੱਖ ਨੇ, ਤੇ ਫੇਰ ਪਤਾ ਨਹੀਂ ਅੱਗੇ ਕੀ ਬਣਨਾ। ਪਰ ਹਾਲ ਦੀ ਘੜੀ ਤਾਂ ਉਹ ਜਿਹੜੀ ਉਹਦੀ ਪੋਜੀਸ਼ਨ ਹੈ ਉਹ ਜ਼ੀਰੋ ਜੀ ਹੈ। ਜੀ। ਅੱਛਾ ਜੀ। ਜ਼ੀਰੋ। ਹਾਂ, ਹਾਂ ਹਾਂ ਹਾਂ। ਉਦੋਂ ਵਧੇ ਫਿਲੋਗੇ ਨਾ ਜਦੋਂ ਇਹਨਾਂ ਦੇ ਨਾਲ ਕੋਈ 5-4 ਐਮਐਲਏ ਲੱਗ ਜਾਣਗੇ ਜਾਂ ਪਰਿਵਾਰ ਵਾਲੇ ਹੋਣਗੇ, ਤੇ ਫਿਰ ਉਹ ਅੱਗੇ ਵਧੇ ਫੁੱਲੇਗੀ। ਫਿਰ ਦੱਸਾਂਗੇ ਵੀ ਅੱਜ ਉਹ ਇਸ ਲੈਵਲ ਤੇ ਖੜੀ ਹੈ। ਪਰ ਹਾਲ ਦੀ ਘੜੀ ਤਾਂ ਜ਼ੀਰੋ ਹੈ ਜੀ, ਬਣਾਈ ਤਾਂ ਪਰਸੋਂ ਹੈ। ਠੀਕ ਠੀਕ ਅ, ਠੀਕ ਠੀਕ। ਨਾਂ ਵੀ ਬੜਾ ਜਚਾ ਕੇ ਰੱਖਿਆ ਕਿ ਪੰਜਾਬ ਲੋਕ ਕਾਂਗਰਸ, ਵੀ ਅੱਛਾ, ਕਾਂਗਰਸ ਵੀ ਹੁਣ ਵਿੱਚ ਆ ਜਾਏ, ਪੰਜਾਬ ਵੀ ਆ ਜਾਏ ਤੇ ਲੋਕ ਵੀ ਆ ਜਾਣ। ਲੋਕ ਵੀ ਆ ਜਾਣ। ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਬਣਾਈ। ਚਲੋ, ਮਤਲਬ ਇੱਥੇ ਹਜੇ ਅਸੀਂ ਅਗਰ ਅਸੀਂ ਗੱਲ ਕਰੀਏ ਤੇ ਉਹ ਹਜੇ ਸਟਾਰਟਿੰਗ 'ਚ ਹੈ, ਮਤਲਬ ਕੋਈ ਇੰਨਾ ਕੋਈ ਲੋਕ ਹਜੇ ਉਹਦੇ ਨਾਲ ਜੁੜੇ ਨਹੀਂ ਜੀ ਉਸ ਪਾਰਟੀ ਨਾਲ। ਜਿਹੜੇ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਨਾ, ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ, ਹੁਣ ਉਹ ਚੜ੍ਹਦੀ ਕੰਨੀ ਦੇ ਮਾਲਕ ਆ। ਉਹ ਦੂਜੇ ਪਾਸੇ ਦੇਖ ਰਹੇ ਨੇ ਵੀ ਸਿੱਧੂ ਸਾਹਿਬ ਵਾਲਾ ਤੇ ਚਰਨਜੀਤ ਚੰਨੀ ਵਾਲਾ ਪਸਰਾ, ਤੇ ਫਿਰ ਕੋਈ ਛੱਡ ਆਮ ਆਦਮੀ ਪਾਰਟੀ 'ਚ ਤੁਰੇ ਆਉਂਦੇ ਆ, ਤਾਂ ਉਹ ਪਾਸੇ ਬਦਲ ਰਹੇ ਹੁਣ। ਇਹ ਰਾਜਨੀਤੀ ਜਿਹੀ ਅੱਛਾ। ਹੈ, ਚੜ੍ਹਦੇ ਨੂੰ ਸਲਾਮ ਹੈ, ਚੜ੍ਹਦੇ ਸੂਰਜ ਨੂੰ ਸਾਰੇ ਉੱਧਰ ਹੀ ਜਾਂਦੇ ਆ। ਤੇ ਜਦੋਂ ਵੇਖਿਆ ਵੀ ਲਹਿੰਦੀ ਕਲਾਂ 'ਚ ਕੈਪਟਨ ਸਾਹਿਬ ਇਕੱਲੇ ਰਹਿ ਗਏ, ਤਾਂ ਭੱਜਣੇ ਸ਼ੁਰੂ ਹੋ ਗਿਆ। ਕੋਈ ਵੀ ਨਹੀਂ ਹਾਲ ਦੀ ਘੜੀ ਉਹਨਾਂ ਦੇ ਨਾਲ। ਚਲੋ ਭਾਈ ਸਾਹਿਬ ਜੀ, ਇਹ ਤਾਂ ਹੋ ਗਈਆਂ ਸਿਆਸੀ ਗੁਫ਼ਤਗੂ। ਬਸ ਮੈਂ ਹੁਣ ਜੀ ਤੁਹਾਡੇ ਤੋਂ ਆਖਰੀ ਸਵਾਲ ਪੁੱਛਾਂਗਾ, ਉਹੀ ਜੱਫੇ ਨੂੰ ਲੈ ਕੇ ਅਸੀਂ ਥੋੜਾ ਜਿਹਾ ਆ ਜਾਈਏ। ਹਾਂਜੀ ਕਰਤਾਰਪੁਰ ਸਾਹਿਬ ਦਾ ਲਾਂਘਾ ਜੀ ਹਜੇ ਵੀ ਬੰਦ ਹੈ। ਹਾਂਜੀ ਕਰਤਾਰਪੁਰ ਸਾਹਿਬ ਦਾ ਲਾਂਘੇ ਨੂੰ ਤਕਰੀਬਨ 1.5-2 ਸਾਲ ਹੋ ਗਏ ਜੀ। ਗਵਰਨਮੈਂਟ ਆਫ ਪਾਕਿਸਤਾਨ ਨੇ ਆਪਣੇ ਵੱਲੋਂ ਖੋਲ ਦਿੱਤਾ। ਪਹਿਲੇ ਵੀ ਤੁਹਾਡੀ ਮੇਰੀ ਗੱਲ ਹੋਈ ਸੀ ਇਸ ਬਾਰੇ 'ਚ। ਗਵਰਨਮੈਂਟ ਹਾਂਜੀ ਆਫ ਪਾਕਿਸਤਾਨ ਨੇ ਖੋਲ ਦਿੱਤਾ ਕਾਫੀ ਲੰਮੇ ਅਰਸੇ ਤੋਂ। ਜੀ ਨਿਊਜ਼ ਵਿੱਚ ਵੀ ਆ ਗਿਆ ਕਿ ਗਵਰਨਮੈਂਟ ਆਫ ਪਾਕਿਸਤਾਨ ਕਰੋਨਾ SOPs ਨੂੰ, ਅਗਰ ਤੁਸੀਂ ਗਵਰਨਮੈਂਟ ਇੰਡੀਅਨ ਗਵਰਨਮੈਂਟ ਨੂੰ ਰਿਕੁਐਸਟ ਕੀਤੀ, ਅਗਰ ਤੁਸੀਂ ਸੰਗਤਾਂ ਭੇਜਦੇ ਹੋ ਤੇ ਅਸੀਂ SOPs ਦਾ ਵੀ, ਕਰੋਨਾ SOPs ਦਾ ਵੀ ਪੂਰੀ ਤਰ੍ਹਾਂ ਖਿਆਲ ਕਰਾਂਗੇ। ਅੱਗੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਆ ਰਿਹਾ ਜੀ 19 ਨਵੰਬਰ ਨੂੰ, ਜੀ ਲੇਕਿਨ ਕਰਤਾਰਪੁਰ ਸਾਹਿਬ ਲਾਂਘਾ ਬੰਦ ਹੈ ਜੀ। ਉਹਦੇ ਬਾਰੇ 'ਚ ਕੀ ਕਹੋਗੇ ਤੁਸੀਂ? ਉਹਦੇ ਬਾਰੇ 'ਚ ਜਿਹੜੀ ਜੱਫੀ ਵਾਲੀ ਗੱਲ ਆਪਾਂ ਕੀਤੀ ਸੀ, ਬਿਲਕੁਲ ਠੀਕ ਹੈ। ਜੇ 1-2 ਪਲੇਅਰ ਸੀ, ਉਹਨਾਂ ਦੀ ਆਪਸ ਵਿੱਚ ਬਣਦੀ ਸੀ, ਤਾਂ ਉਹਦਾ ਨਤੀਜਾ ਬਹੁਤ ਵਧੀਆ ਨਿਕਲਿਆ ਕਿ ਸਾਡੀ ਮਿਲਣੀ ਸ਼ੁਰੂ ਹੋ ਗਈ ਸੀ। ਬਿਲਕੁਲ। ਜਿਹੜੀ 70 ਸਾਲਾਂ ਤੋਂ ਲੋਕ ਅਸੀਂ ਅਰਦਾਸ ਕਰਦੇ ਸੀ ਕਿ ਸਿੱਖ ਧਰਮ ਤੋਂ ਵਿਛੋੜਿਆ ਗਿਆ ਜੀ ਸਾਨੂੰ, ਖੁੱਲੇ ਉਹ ਦਰਸ਼ਨ ਮਿਲਣਾ। ਦਿਦਾਰੇ ਬਖਸ਼ੋ। ਹਾਂ, ਖੁੱਲੇ ਦਰਸ਼ਨ ਜਿਜ਼ਾਰੇ ਹੋਣ ਲੱਗ ਗਏ। ਜੀ ਉਹਦੇ ਵਿੱਚ ਹੁਣ ਪਿੱਛੇ ਉਸਦੇ ਇਹ ਚੀਜ਼ ਹੈ ਕਿ ਭਾਰਤ ਸਰਕਾਰ ਭਾਰਤ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਜੀ ਉਹਨਾਂ ਨੂੰ ਕੁਛ ਥੋੜਾ ਜਿਹਾ ਸ਼ੱਕ ਹੈ ਕਿ ਜਿਹੜੇ ਪੰਜਾਬੀ ਲੋਕ ਹੈ, ਉਹ ਕੁਛ ਲੋਕ ਤਾਂ ਪੰਜਾਬੀ ਉਧਰ ਵੀ ਬੈਠੇ ਪਾਕਿਸਤਾਨ 'ਚ ਤੇ ਇੱਧਰ ਰਿਸ਼ਤੇਦਾਰੀਆਂ। ਜੀ ਜੀ ਜਦੋਂ ਵੰਡ ਹੋਈ ਸੀ ਤਾਂ ਜਿਹੜੇ ਜ਼ਮੀਨ ਆਪਣੀ ਨਹੀਂ ਛੱਡ ਸਕੇ ਸਨ, ਉਹ ਉੱਥੇ ਹੀ ਰਹਿ ਗਏ। ਉਹ ਜਾਤਾਂ ਉਸੇ ਤਰ੍ਹਾਂ, ਨਾ ਉਸੇ ਤਰ੍ਹਾਂ, ਸਿਰਫ ਆਪਣਾ ਦੀਨ ਬਦਲਿਆ ਸੀ ਉਹਨਾਂ ਲੋਕਾਂ ਨੇ। ਜੀ ਹੁਣ ਬਿਲਕੁਲ। ਇਹਨਾਂ ਨੂੰ, ਭਾਰਤ ਸਰਕਾਰ ਨੂੰ ਇਹ ਸ਼ੱਕ ਰਹਿੰਦਾ ਹੈ ਕਿ ਕਿਧਰੇ ਪੰਜਾਬ ਵਾਲੇ ਲੋਕ ਉਧਰ ਜ਼ਿਆਦਾ ਸੰਪਰਕ ਨਾ ਬਣਾ ਲੈਣ। ਇਸੇ ਕਰਕੇ ਜਦੋਂ ਪਹਿਲਾਂ ਤਾਂ ਬੜੀ ਮੁਸ਼ਕਲ ਨਾਲ ਲਾਂਘਾ ਖੁੱਲਿਆ, ਜੇ ਜੀ ਖੁੱਲ ਗਿਆ ਤੇ ਬੰਦ ਕਰਨ ਦਾ ਜਿਹੜਾ ਤੁਕ ਨਹੀਂ ਬਣਦੀ, ਕਿਉਂਕਿ ਉਹ ਕੋਈ ਬਾਉਂਡਰੀ ਹੈ। ਇਹ ਨਹੀਂ ਹੈ ਕਿ ਜਿਹੜੇ ਇਧਰੋਂ ਇੰਡੀਅਨ ਜਾਂਦੇ ਆ, ਉਹ ਇਹ ਨਹੀਂ ਕਿ ਉਹ ਸਿੱਧੇ ਪਾਕਿਸਤਾਨ 'ਚ ਜਾ ਕੇ ਤੇ ਉਹ ਪਤਾ ਨਹੀਂ ਕਿੱਧਰ ਚਲੇ ਜਾਣਗੇ। ਹਰ ਥਾਂ ਤੇ ਜੀ ਚੈਕਿੰਗ ਹੈ, ਅੱਗੇ ਜੀ ਬਾਉਂਡਰੀ ਬਣੀ ਹੋਈ ਹੈ, ਉਹਨੂੰ ਕੋਈ ਪਾਸ ਨਹੀਂ ਕਰ ਸਕਦਾ। ਹੂੰ ਹੂੰ ਅਜਿਹੀ ਹੂੰ ਹੂੰ ਕੋਈ ਗੱਲ ਨਹੀਂ ਕਿ ਕੋਈ ਉੱਥੇ ਕੋਈ ਇਸ ਤਰ੍ਹਾਂ ਦਾ ਕੋਈ ਸੰਪਰਕ ਹੋ ਜਾਏਗਾ। ਪਰ ਮਨਸ਼ਾ ਇਹੀ ਰਹਿੰਦੀ ਹੈ ਕਿ ਕਿਧਰੇ ਇਹ ਜਿਹੜੇ ਚੜ੍ਹਦੇ ਪੰਜਾਬ ਵਾਲੇ ਤੇ ਲਹਿੰਦੇ ਪੰਜਾਬ ਵਾਲੇ ਆਪਸ ਵਿੱਚ ਗੁਫ਼ਤਗੂ ਕਰਕੇ ਕੋਈ ਦੇਸ਼ ਦਾ ਨੁਕਸਾਨ ਨਾ ਹੋਣ ਵਾਲੀ ਗੱਲ ਨਾ ਕਰ ਲੈਣ। ਪਰ ਅਜਿਹਾ ਜੀ ਨਹੀਂ ਹੈ, ਸਾਰੇ ਆਪੋ ਆਪਣੇ ਵਤਨ ਦੇ ਰਖਵਾਲੇ ਹੈ। ਜੀ ਜਿੱਥੇ ਕੋਈ ਰਹਿੰਦਾ, ਜਿਸ ਦੇ ਕਹਿੰਦੇ ਆ ਨਾ, ਗੁਰਦਾਸ ਮਾਨ ਜੀ ਗੀਤ ਗਾਉਂਦੇ ਹੁੰਦੇ ਆ ਕਿ ਜਿਸ ਦੇਸ਼ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ, ਤੇ ਜਿਹਦਾ ਖਾਈਏ ਬੁਰਾ ਤਾਂ ਕੋਈ ਵੀ ਨਹੀਂ ਮੰਗਦਾ। ਨਹੀਂ ਸਾਰੇ ਪਿਆਰ ਮੰਗਦਾ। ਕਰਦੇ। ਤੁਸੀਂ ਬੈਠੇ ਹੋ, ਜੀ ਜੀ ਤੁਹਾਨੂੰ ਪਾਕਿਸਤਾਨ ਖੁਸ਼ੀ ਦੇ ਰਿਹਾ, ਅਸੀਂ ਭਾਰਤ ਵਿੱਚ ਬੈਠੇ ਹਾਂ, ਸਾਨੂੰ ਭਾਰਤ 'ਚੋਂ ਖੁਸ਼ੀ ਮਿਲ ਰਹੀ ਹੈ, ਤੇ ਤੁਸੀਂ ਵਫ਼ਾਦਾਰ ਆਪਣੇ ਦੇਸ਼ ਦੇ, ਅਸੀਂ ਆਪਣੇ ਦੇਸ਼ ਦੇ। ਪਰ ਜਿੱਥੇ ਬਿਲਕੁਲ। ਮੈਲਾ ਫਾਈਟ ਆ ਜਾਂਦੀ ਨਾ, ਉਦੋਂ ਫਿਰ ਇਹ ਕੁੜੱਤਨਾਂ ਪੈਦਾ ਹੁੰਦੀਆਂ। ਇਹ ਨਹੀਂ ਰੋਕਣਾ ਚਾਹੀਦਾ। ਮੈਂ ਤਾਂ, ਜੇ ਮੇਰੀ ਆਵਾਜ਼ ਭਾਰਤ ਸਰਕਾਰ ਜਦੋਂ ਤੁਸੀਂ ਵੀਡੀਓ ਪਾਓਗੇ ਜਾਂ ਜੀ ਜੀ ਸੁਣਨਗੇ, ਤਾਂ ਇਹੀ ਬੇਨਤੀ ਕਰਾਂਗਾ ਕਿ ਇਹਨੂੰ ਖੋਲ੍ਹਣਾ ਚਾਹੀਦਾ, ਤਾਂ ਬਿਲਕੁਲ। ਕਿ ਜਿਸ ਲਈ ਇਹ ਖੁੱਲਿਆ ਸੀ ਉਹ ਪੂਰਾ ਹੋ ਸਕੇ। ਲੋਕ ਦੂਰ ਦੂਰ ਤੋਂ ਆਉਂਦੇ ਆ, ਵਿਦੇਸ਼ਾਂ ਤੋਂ ਵੀ ਆਉਂਦੇ ਸੀ। 2 ਕੰਮ ਹੋ ਜਾਂਦੇ ਸੀ, ਇੱਕ ਤਾਂ ਇੰਡੀਆ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਜਾਂਦੇ, ਤੇ ਫਿਰ ਉੱਥੋਂ ਅੱਗੇ ਦਰਸ਼ਨ ਜਾ ਕੇ ਆ ਕੇ ਗੁਰੂ ਘਰ ਦੇ ਦਰਸ਼ਨ ਵੀ ਕਰ ਜਾਂਦੇ ਸੀ। ਦਰਸ਼ਨ ਵੀ ਕਰ ਜਾਂਦੇ ਸੀ। ਤੇ ਫਿਰ ਜਦੋਂ
ਜਿੱਥੇ ਖਟਾਸ ਹੁੰਦੀ ਹੈ, ਜਦੋਂ ਉਹ ਖਟਾਸ ਘਟਣੀ ਸ਼ੁਰੂ ਹੋ ਜਾਏ ਤਾਂ ਕੋਈ ਮਾੜਾ ਵੀ ਨਹੀਂ ਹੈ, ਕੋਈ ਚੰਗਾ ਕਰਮ ਸੀ, ਇਹ ਬਹੁਤ ਵਧੀਆ ਹੋਇਆ ਕਿ ਦੇਖੋ ਕਰੋੜਾਂ ਰੁਪਏ ਪਾਕਿਸਤਾਨ ਸਰਕਾਰ ਨੇ ਲਾਏ ਹੈ ਜੀ ਭਾਈ ਸਾਹਿਬ, ਤੇ ਜੀ ਭਾਈ ਸਾਹਿਬ। ਚਲ ਇੰਨੇ ਕੁ ਇੱਧਰੋਂ ਵੀ ਲੱਗ ਗਏ। ਦੋਨਾਂ ਸਰਕਾਰਾਂ ਨੇ ਕਰੋੜਾਂ ਤੱਕ ਹੀ ਮੈਨੂੰ ਲੱਗਦਾ ਕਿ ਅਰਬਾਂ ਦੇ ਗੇੜ 'ਚ ਹੀ ਲੱਗੇ ਹੋਣਗੇ, ਕਿਉਂਕਿ ਕਾਫੀ ਪੈਸਾ ਲੱਗਿਆ, ਜਦੋਂ ਸੜਕਾਂ ਬਣਾਈਆਂ, ਜੀ ਭਾਈ ਗੇਟ ਸਾਹਿਬ। ਬਣਾਏ ਹੈ, ਉੱਥੇ ਚੈਕਿੰਗ ਹੈ, ਉੱਥੇ ਪੋਸਟਾਂ ਬਣਾਈਆਂ, ਫੋਰਸਾਂ ਲਾਈਆਂ, ਬਹੁਤ ਪੈਸਾ ਲੱਗਿਆ। ਪਰ ਜਦੋਂ ਬੰਦ ਪਿਆ ਤੇ ਇਹਦਾ ਮਤਲਬ ਵੀ ਉਹ ਤਾਂ ਬਿਲਡਿੰਗਾਂ ਵੀ ਖੰਡਰ ਹੋ ਜਾਣਗੀਆਂ, ਤੇ ਇਹ ਬਿਲਕੁਲ ਗਲਤ ਹੈ। ਇਹਨੂੰ ਖੋਲਣਾ ਚਾਹੀਦਾ ਤੇ ਖੁੱਲੇ ਦਿਦਾਰੇ ਹੋਣੇ ਚਾਹੀਦੇ ਬਾਬੇ ਜੀ। ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ। ਭਾਈ ਸਾਹਿਬ ਜੀ ਅਖੀਰ ਤੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਕੋਈ 2-1 ਮਿੰਟ ਦਾ ਮੈਸੇਜ ਤੁਸੀਂ ਦੇ ਦਿਓ ਜੀ। ਲਹਿੰਦੇ ਤੇ ਚੜ੍ਹਦਾ ਪੰਜਾਬ, ਪੰਜਾਬ ਇੱਕੋ ਹੀ ਆ, ਦੇਸ਼ ਵੀ ਇੱਕੋ ਸੀ। ਜੀ ਬਿਲਕੁਲ। ਜਾਂਦੀ ਹੋਏ ਬਦਕਿਸਮਤੀ ਨਾਲ ਉਹੀ ਦੇਸ਼ 2 ਹਿੱਸਿਆਂ 'ਚ ਵੰਡਿਆ ਗਿਆ। ਜੇ ਇਹ ਰਲ ਕੇ ਚੱਲਣ ਤਾਂ ਦੁਨੀਆ ਦਾ 1 ਨੰਬਰ ਦਾ ਦੇਸ਼ ਜਿਹੜਾ ਭਾਰਤ ਹੈ, ਜਿੱਥੇ ਮੈਂ ਭਾਰਤ ਪੁਰਾਣਾ ਭਾਰਤ ਕਹਿ ਰਿਹਾ, ਜਿਹਦੇ ਵਿੱਚ ਪਾਕਿਸਤਾਨ ਤੇ ਇੰਡੀਆ ਦੋਨੋਂ ਸੀ। ਦੋਵੇਂ ਸਰ। ਇਹ ਦੁਨੀਆ ਦਾ 1 ਨੰਬਰ ਦਾ ਦੇਸ਼ ਸੀ, ਪਰ ਵਿਦੇਸ਼ੀ ਤਾਕਤਾਂ ਨੇ ਸੋਚਿਆ ਕਿ ਜੇ ਇਹ ਇਕੱਠੇ ਰਹਿ ਜਾਣਗੇ ਤਾਂ 1 ਨੰਬਰ ਦਾ ਨਾ ਬਣ ਜਾਏ, ਇਸੇ ਕਰਕੇ ਵੰਡੀਆਂ ਪਾ ਕੇ 2 ਹਿੱਸਿਆਂ 'ਚ ਵੰਡਿਆ ਗਿਆ। ਭਾਰਤ ਨੂੰ ਤੇ ਪਾਕਿਸਤਾਨ ਨੂੰ ਕਮਜ਼ੋਰ ਕੀਤਾ ਗਿਆ। ਅੱਜ ਸਾਡੀਆਂ ਪਾਲਿਸੀਆਂ ਜੋ ਵੀ ਹੈ, ਫੋਰਨ ਪਾਲਿਸੀ ਦੇ ਵਿੱਚ ਵੀ ਅਜਿਹਾ ਆਉਂਦਾ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਦੋਨਾਂ ਪੰਜਾਬਾਂ ਦੇ ਸੱਜਣਾ ਮਿੱਤਰਾਂ ਨੂੰ, ਕਿ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਤੇ ਜਦੋਂ ਵੀ ਸਾਡੇ ਮੇਲ ਮਿਲਾਪ ਹੁਣ ਜਦੋਂ ਮਿਲਦੇ ਆ, ਬੜੀ ਸ਼ਿੱਦਤ ਹੁੰਦੀ ਹੈ, ਬੜੀ ਖੁਸ਼ੀ ਹੁੰਦੀ ਹੈ ਮਿਲ ਕੇ। ਹੁਣ ਦੇਖੋ ਤੁਸੀਂ ਕਿੱਥੇ ਬੈਠੇ ਹੋ, ਮੈਂ ਇੱਥੇ ਬੈਠਾ, ਇੱਥੋਂ ਵੀ ਖੁਸ਼ੀ ਹੋ ਰਹੀ ਹੈ। ਜਿਹੜੇ ਦੇਖਣਗੇ ਉਹ ਵੀ ਖੁਸ਼ ਹੋਣਗੇ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਦਰਸ਼ਕੋ, ਤੁਸੀਂ ਦੇਖਿਆ ਭਾਈ ਫੌਜਾ ਸਿੰਘ ਜੀ ਨਾਲ ਸਾਡੀ ਬਹੁਤ ਤਫਸੀਲਨ ਗੁਫ਼ਤਗੂ ਹੋਈ, ਚਾਹੇ ਉਹ ਭਾਰਤ ਵਿੱਚ ਸਿਆਸੀ ਗੁਫ਼ਤਗੂ ਸੀ, ਜਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਸੀ, ਜਾਂ ਜਿਹੜੇ ਪਿਛਲੇ ਕਾਫੀ ਸਮੇਂ ਤੋਂ ਸਾਡੇ ਕਿਸਾਨ ਵੀਰ ਆਪਣੀ ਮੰਗਾਂ ਵਾਸਤੇ 11-12 ਮਹੀਨੇ 12-13 ਮਹੀਨੇ ਤੋਂ ਬੈਠੇ ਨੇ, ਅਗਰ ਉਹਨਾਂ ਦੇ ਬਾਰੇ 'ਚ ਵੀ ਗੱਲ ਸੀ ਤਾਂ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਅਸੀਂ ਧੰਨਵਾਦ ਕਰਦੇ ਹਾਂ ਭਾਈ ਫੌਜਾ ਸਿੰਘ ਜੀ ਦਾ ਵੀ, ਜਿਨ੍ਹਾਂ ਨੂੰ ਅਸੀਂ ਜਦੋਂ ਵੀ ਰਿਕੁਐਸਟ ਕੀਤੀ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਾ, ਆਪਣੇ ਵਿਚਾਰ ਜ਼ਰੂਰ ਦੇਣਾ। ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਤਾਂ ਕਿ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਸਾਡੀਆਂ ਜ਼ਿਆਦਾ ਤੋਂ ਜ਼ਿਆਦਾ ਦੇਖ ਸਕੋ। ਇਹਦੇ ਨਾਲ ਹੀ ਆਪਣੇ ਹੋਸਟ ਸਰਦਾਰ ਦੀਪਕ ਸਿੰਘ ਅਤੇ ਬੋਲਦਾ ਪੰਜਾਬ ਦੀ ਪੂਰੀ ਟੀਮ ਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।